ਅਨਕਾਏ ਰਤੜਿਆ ਵਾਟ ਦੁਹੇਲੀ ਰਾਮੋ ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮੋ ਕੋਏ ਨਾ ਬੇਲੀ ਵੇ ਹੋਵੇ ਤੇਰਾ ਸਦਾ ਪਛੋਤਾਵਹਿ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦਹੁ ਸੇ ਦੇਹ ਆਵੈ ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ਦੀਨ ਦਰਦ ਦੁਖ ਭੰਜਨ ਘਾਟ ਘਾਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸੁਖਾਓ ਹੋਟਲ ਗੁਰ ਸੇ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸੰਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾਂ। ਮਾਨੁਖ ਬਿਨ ਬੂਝੇ ਬਿਰਥਾ ਅਨੇਕ ਸਾਜ ਸਿੰਗਾਰ ਬਹੁ ਕਰਤਾ ਜੋ ਮਿਰਤਕ ਉਠਾਇਆ ਰਹਾਉ ਤਾਏ ਤਾਏ ਕਿਰਪਨ ਸਰਨ ਤੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨ ਆਇਆ ਮਨੁੱਖ ਬਿਨ ਬੁਝੇ ਬਿਰਥਾ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ।
ਜੋ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਔਰ ਨਿਤਨੇਮ ਦੀਆਂ ਦਾਤਾਂ ਸਰਵਣ ਕੀਤੀਆਂ, ਮਿਲਿਆ ਹੋਇਆ ਇਹ ਮਨੁੱਖਾ ਜਨਮ ਦਾ ਸਮਾਂ ਜੋ ਹੈ, ਇਸ ਨੂੰ ਸਫਲਾ ਬਣਾਇਆ ਹੈ। ਸਤਿਗੁਰੂ ਜੀ ਜੋ ਅੰਮ੍ਰਿਤ ਵੇਲੇ ਆਪਾਂ ਨੂੰ ਦਾਤ ਬਖਸ਼ਿਸ਼ ਕਰਦੇ ਗੁਰਬਾਣੀ ਦੀ ਕਥਾ ਦੀ, ਉਸ ਨੂੰ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਸਰਵਣ ਕਰੀਏ। ਭਾਈ ਗੁਰਦਾਸ ਜੀਆਂ ਦੇ ਬਚਨ ਹਨ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਇਹ ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ, ਚਿਰੰਕਾਲ ਬੜੇ ਲੰਮੇ ਸਮੇਂ ਤੋਂ ਬਾਅਦ ਇਹ ਵਾਰੀ ਮਿਲੀ ਹੈ ਜਿਸ ਜਨਮ ਦੇ ਵਿੱਚ ਆਏ। ਔਰ ਗੁਰਮੁਖੋ ਇਹ ਜਨਮ ਬੜਾ ਨਿਰਮੋਲਕ ਹੈ, ਇਹਦਾ ਕੋਈ ਮੁੱਲ ਨਹੀਂ ਦੇ ਸਕਦਾ। ਇਹ ਸਾਨੂੰ ਸਰੀਰ ਮੁੱਲ ਦੇ ਕੇ ਨਹੀਂ ਮਿਲਿਆ ਵੀ ਅਸੀਂ ਕੋਈ ਪੈਸਾ ਤਾਰਿਆ ਹੋਵੇ ਫਿਰ ਇਹ ਸਰੀਰ ਮਿਲਿਆ, ਨਹੀਂ, ਨਾ ਮੁੱਲ ਮਿਲਿਆ ਹੈ, ਨਾ ਇਹਦਾ ਕੋਈ ਮੁੱਲ ਪਾ ਸਕਦਾ ਦੁਨੀਆ ਦੇ ਵਿੱਚ। ਇਸ ਜਨਮ ਨੂੰ ਜੇ ਸਫਲਾ ਕਰਨਾ ਹੈ, ਸਫਲ ਜਨਮ ਗੁਰ ਚਰਨ ਸਰਨ ਕੈ। ਇਹ ਜਨਮ ਸਫਲਾ ਤਾਂ ਹੋਵੇਗਾ ਜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ, ਤਾਂ ਇਹ ਜਨਮ ਸਫਲਾ ਹੈ। ਜਿਹੜਾ ਅਮੋਲਕ ਜਨਮ ਹੈ ਨਾ, ਜਿਹਦਾ ਆਪਾਂ ਕੋਈ ਪੈਸਾ ਨਹੀਂ ਦਿੱਤਾ ਔਰ ਨਾ ਆਪਾਂ ਕੋਈ ਇਹਦਾ ਮੁੱਲ ਦੇ ਸਕਦੇ ਹਾਂ, ਇਹ ਸਾਨੂੰ ਫਰੀ ਦੇ ਵਿੱਚ ਪਰਮਾਤਮਾ ਨੇ ਬਖਸ਼ਿਆ। ਔਰ ਐਸੇ ਅਮੋਲਕ ਜਨਮ ਨੂੰ ਜੇ ਸਫਲਾ ਬਣਾਉਣਾ ਹੈ ਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪ੍ਰਾਪਤ ਹੋ, ਗੁਰੂ ਦੇ ਦੱਸੇ ਮਾਰਗ ਦੇ ਉੱਪਰ ਚੱਲੇਗਾ, ਤਾਂ ਇਹ ਮਨੁੱਖਾ ਜਨਮ ਸਫਲਾ ਹੋਵੇਗਾ। ਇਹ ਭਾਈ ਗੁਰਦਾਸ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਆਓ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾਂ। ਟੋਡੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਨੂੰ ਰਚਨਹਾਰ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਮਾਨਕ ਬਿਨ ਪੂਜਾ ਬਿਰਥਾ ਆਇਆ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਿਨਾ ਬੁੱਝੇ ਪਰਮਾਤਮਾ ਤੋਂ। ਜੇ ਪਰਮਾਤਮਾ ਨੂੰ ਬੁੱਝਿਆ ਨਹੀਂ ਨਾ, ਪਰਮਾਤਮਾ ਨੂੰ ਜਾਣਿਆ ਹੀ ਨਹੀਂ, ਕੌਣ ਪਰਮਾਤਮਾ। ਨਾਮ ਜਪਣਾ ਤੇ ਗੁਰਮੁਖੋ ਦੂਰ ਦੀ ਗੱਲ ਹੈ, ਨਾਮ ਤੇ ਜਪਿਆ ਹੀ ਨਹੀਂ, ਇਹਨੂੰ ਇਹ ਵੀ ਨਹੀਂ ਪਤਾ ਵੀ ਪਰਮਾਤਮਾ ਕੌਣ ਹੈ। ਤੇ ਜੇ ਕਿਸੇ ਨੇ ਆਖਿਆ ਨਾ ਰੱਬ ਦਾ ਨਾਮ ਲਿਆ ਕਰ, ਕਹਿਣ ਲੱਗਾ ਕਿਹੜਾ ਰੱਬ, ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ, ਮੈਂ ਨਹੀਂ ਮੰਨਦਾ ਕਿਸੇ ਪਰਮਾਤਮਾ ਨੂੰ, ਮੈਂ ਨਹੀਂ ਮੰਨਦਾ ਕਿਸੇ ਪਰਮੇਸ਼ਰ ਨੂੰ। ਸਗੋਂ ਊਣਤਾਈਆਂ ਕੱਢਦਾ ਹੈ, ਫਲਾਣੇ ਧਰਮ ਦੇ ਵਿੱਚ ਰੱਬ ਬਾਰੇ ਇਹ ਆਖਿਆ, ਫਲਾਣੇ ਧਰਮ ਦੇ ਗ੍ਰੰਥ ਵਿੱਚ ਇਹ ਆਖਿਆ। ਚਾਤਰੀਆਂ ਚਲਾਕੀਆਂ ਵਰਤਦਾ, ਪਰ ਪਰਮਾਤਮਾ ਨੂੰ ਬੁੱਝਣ ਦਾ ਜਾਣਨ ਦਾ ਯਤਨ ਨਹੀਂ ਕਰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਫਿਰ ਹਾਲਤ ਕੀ ਹੈ। ਮਹਾਰਾਜ ਕਹਿਣ ਲੱਗੇ, ਬਿਨ ਬੂਝੇ ਮਾਨੁਖ ਬਿਰਥਾ ਆਇਆ। ਉਹ ਬੰਦੇ ਦਾ ਦੁਨੀਆ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਆਉਣਾ ਹੀ ਵਿਅਰਥ ਹੈ। ਮਨੁੱਖਾ ਜਨਮ ਦੇ ਵਿੱਚ ਲਾਭ ਕੋਈ ਨਹੀਂ ਲਿਆ ਉਹਨੇ ਆ ਕੇ, ਜੇ ਪਰਮਾਤਮਾ ਹੀ ਨਹੀਂ ਬੁੱਝਿਆ, ਗਿਆਨ ਨਹੀਂ ਲਿਆ। ਨਿੰਦਰਾ ਭੋਜਨ ਭੈ ਨਰ ਪਸ ਪੁਰਖ ਸਮਾਨ। ਵਿਦਵਾਨਾਂ ਨੇ ਲਿਖਿਆ ਕਿ ਪਸ਼ੂ ਤੇ ਬੰਦੇ ਵਿੱਚ ਗੁਣ ਇੱਕੋ ਜਿਹਾ ਹੀ ਨਹੀਂ। ਕਿਵੇਂ ਇੱਕੋ ਜਿਹਾ ਨੇ? ਕਹਿਣ ਲੱਗੇ ਮਨੁੱਖ ਵੀ ਥੱਕ ਕੇ ਤੇ ਸੌਂ ਜਾਂਦਾ, ਆਰਾਮ ਕਰਦਾ, ਤੇ ਪਸ਼ੂ ਵੀ ਆਰਾਮ ਕਰਦਾ, ਪਸ਼ੂ ਵੀ ਸੌਂ ਜਾਂਦਾ। ਦੋਨਾਂ ਦੇ ਗੁਣ ਬਰਾਬਰ ਨੇ, ਪਸ਼ੂ ਵੀ ਸੌਂਦਾ, ਮਨੁੱਖ ਵੀ ਸੌਂ ਜਾਂਦਾ। ਦੂਜਾ ਗੁਣ ਵਰਣਨ ਕੀਤਾ ਹੈ ਕਿ ਮਨੁੱਖ ਭੋਜਨ ਛਕ ਕੇ ਰੱਜਦਾ ਹੈ,
ਤੇ ਪਸ਼ੂ ਵੀ ਤੇ ਚਾਰਾ ਖਾ ਕੇ ਰੱਜਦਾ, ਗੁਣ ਇਹ ਵੀ ਦੋਨਾਂ ਦਾ ਬਰਾਬਰ ਹੀ ਆ, ਦੋਨੇ ਜਾਣੇ ਖਾ ਕੇ ਪੇਟ ਭਰਦੇ। ਤੇ ਤੀਜਾ ਬਚਨ ਵਿਦਵਾਨਾਂ ਨੇ ਲਿਖਿਆ ਵੀ ਮਨੁੱਖ ਦੀ ਸੰਤਾਨ ਪੈਦਾ ਹੁੰਦੀ ਹੈ, ਬੱਚੇ ਅੱਗੇ ਪੈਦਾ ਹੁੰਦੇ, ਤੇ ਸੰਤਾਨ ਤੇ ਪਸ਼ੂ ਦੀ ਵੀ ਪੈਦਾ ਹੁੰਦੀ ਹੈ, ਬੱਚੇ ਤੇ ਉਹਦੇ ਵੀ ਹੋਇਆ ਕਰਦੇ। ਇਹ ਤਿੰਨ ਗੁਣ ਬਰਾਬਰ ਨੇ, ਖਾਣਾ ਵੀ ਮਨੁੱਖ ਖਾਂਦਾ, ਪਸ਼ੂ ਵੀ ਖਾਂਦਾ ਹੈ, ਸੌਂਦਾ ਮਨੁੱਖ ਵੀ ਹੈ ਤੇ ਪਸ਼ੂ ਵੀ ਹੈ, ਸੰਤਾਨ ਮਨੁੱਖ ਵੀ ਪੈਦਾ ਕਰਦਾ, ਪਸ਼ੂ ਵੀ ਪੈਦਾ ਕਰਦਾ ਹੈ। ਪਰ ਜੇ ਮਨੁੱਖਾ ਜਨਮ ਦੇ ਵਿੱਚ ਕੋਈ ਵਡਿਆਈ ਸੀ, ਉਹ ਵਡਿਆਈ ਇਹ ਹੈ ਗਿਆਨ ਨਰਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਣ। ਮਨੁੱਖਾ ਜਨਮ ਦੇ ਵਿੱਚ ਵਡਿਆਈ ਇਹ ਹੈ ਵੀ ਇੱਥੇ ਗਿਆਨ ਹੈ, ਪਰ ਜੇ ਗਿਆਨ ਹੀ ਨਾ ਲਿਆ ਤੇ ਫਿਰ ਤੂੰ ਬੰਦਿਆ ਪਸ਼ੂ ਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਇਹ ਮਹਾਰਾਜ ਦਾ ਬਚਨ, ਜੇ ਰੱਬ ਨੂੰ ਜਾਣਿਆ ਨਹੀਂ ਤੇ ਫਿਰ ਤੇਰੇ ਵਿੱਚ ਤੇ ਪਸ਼ੂ ਵਿੱਚ ਫਰਕ ਕੋਈ ਨਹੀਂ। ਇਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮਾਨੁਖ ਬਿਨ ਬੁਝੇ, ਇਹ ਬੰਦੇ ਨੇ ਰੱਬ ਨੂੰ ਬੁਝਿਆ ਨਹੀਂ, ਇਸ ਕਰਕੇ ਤੇਰਾ ਜਨਮ ਦੁਨੀਆ ਤੇ ਆਇਆ ਵਿਅਰਥ ਹੈ। ਦੁਨੀਆ ਤੇ ਆਇਆ ਭਾਵੇਂ ਨਾ ਆਇਆ, ਇੱਕ ਗੱਲ ਹੀ ਹੈ। ਤੇ ਕੋਈ ਬੱਚਾ ਸਾਡੇ ਘਰ ਵਿੱਚ ਕੰਮ ਨਾ ਕਰੇ, ਕੋਈ ਚੰਗੇ ਪਾਸੇ ਨਾ ਲੱਗੇ, ਆਖੇ ਨਾ ਲੱਗੇ, ਸਾਡੇ ਕਹਿਣੇ ਵਿੱਚ ਨਾ ਹੋਵੇ, ਤੇ ਆਪਾਂ ਉਹਨੂੰ ਕਹਿ ਦਿੰਦੇ ਆ ਤੇਰੇ ਜੰਮਣ ਖੁਣੋਂ ਕੀ ਥੁੜਿਆ। ਭਾਵ ਤੇ ਇਹੋ ਹੀ ਹੈ ਨਾ ਵੀ ਤੂੰ ਕਿਸੇ ਕੰਮ ਨਹੀਂ ਆ ਰਿਹਾ, ਕੋਈ ਕੰਮ ਹੀ ਨਹੀਂ ਕਰਦਾ ਪਿਆ, ਫਿਰ ਤੂੰ ਜੰਮਿਆ ਹੀ ਕਿਉਂ। ਉਹ ਬਚਨ ਮਹਾਰਾਜ ਇੱਥੇ ਕਹਿੰਦੇ ਪਏ, ਕਹਿੰਦੇ ਜੇ ਰੱਬ ਨੂੰ ਬੁਝਿਆ ਨਹੀਂ, ਰੱਬ ਨੂੰ ਜਾਣਿਆ ਨਹੀਂ, ਤੇ ਫਿਰ ਇਹ ਜਿਹੜਾ ਬੰਦਾ ਹੈ ਇਹ ਵਿਅਰਥ ਹੀ ਹੈ, ਦੁਨੀਆ ਤੇ ਕਿਉਂ ਆਇਆ। ਜਨਨੀ ਜਨੈ ਕੈ ਭਗਤ ਜਨ, ਕਹਿ ਦਾਤਾ ਕੈ ਸੂਰ, ਨਾਹੇ ਤਾਂ ਜਨਨੀ ਬਾਜ ਰਹਿ, ਕਾਹੇ ਗਵਾਵੇ। ਵਿਦਵਾਨ ਕਹਿੰਦੇ ਨੇ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ, ਉਹ ਦਾਤਾ ਬਣੇ, ਉਹ ਸੂਰਮਾ ਬਣੇ, ਤੇ ਜਾਂ ਫਿਰ ਉਹ ਗਿਆਨੀ ਬਣ ਜਾਵੇ। ਪਰ ਜੇ ਕੁਝ ਵੀ ਨਹੀਂ ਨਾ ਬਣਿਆ ਤੇ ਫਿਰ ਐਸੇ ਪੁੱਤਰ ਨੂੰ ਜਨਮ ਹੀ ਕਿਉਂ ਦੇਣਾ। ਸਤਿਗੁਰੂ ਕਹਿਣ ਲੱਗੇ ਰੱਬ ਨੂੰ ਬੁਝਿਆ ਨਹੀਂ, ਉਸ ਮਨੁੱਖ ਦਾ ਦੁਨੀਆ ਤੇ ਆਇਆ ਵਿਅਰਥ ਹੀ ਹੈ, ਕੋਈ ਫਾਇਦਾ ਨਹੀਂ। ਨਾ ਆਇਆ ਔਰ ਆਇਆ ਇੱਕ ਗੱਲ ਹੈ, ਅਨੇਕ ਸਾਜ ਸ਼ਿੰਗਾਰ ਬਹੁ ਕਰਤਾ। ਅਨੇਕ ਤਰ੍ਹਾਂ ਦੇ ਸਰੀਰ ਦੇ ਉੱਪਰ ਬਸਰਾਂ ਨੂੰ ਸਾਜਦਾ ਹੈ, ਅਨੇਕ ਤਰ੍ਹਾਂ ਦੇ ਕੱਪੜੇ ਪਾ ਲੈਂਦਾ। ਰੱਬ ਨੂੰ ਨਹੀਂ ਜਾਣਿਆ ਪਰ ਕੱਪੜੇ ਪਾਉਣੇ ਜਾਣਦਾ, ਫੈਸ਼ਨ ਕਰਨਾ ਜਾਣਦਾ। ਇਹ ਰਿਵਾਜ ਚੱਲਦਾ ਪਿਆ ਅੱਜ ਕੱਲ, ਇਹ ਡਿਜ਼ਾਈਨ ਪਸੰਦ ਕੀਤਾ ਜਾਂਦਾ ਹੈ, ਇਸ ਤਰ੍ਹਾਂ ਦਾ ਕੱਪੜਾ ਪਾਇਆ ਜਾਂਦਾ ਹੈ। ਅਨੇਕ ਤਰ੍ਹਾਂ ਦੇ ਬਾਜ਼ਾਰ ਵਿੱਚੋਂ ਕੱਪੜੇ ਖਰੀਦਦਾ ਹੈ, ਉਹਨਾਂ ਕੱਪੜਿਆਂ ਨੂੰ ਸਾਜ ਕਹੀਏ ਸਜਾਉਂਦਾ ਹੈ ਆਪਣੇ ਤਨ ਦੇ ਉੱਪਰ। ਇਹਦੇ ਨਾਲ ਇਹ ਪੱਗ ਦੀ ਰੰਗ ਦੀ ਪੱਗ ਬੰਨਾਂਗਾ, ਇਹਦੇ ਨਾਲ ਇਹ ਟਾਈ ਲਾਵਾਂਗਾ, ਇਹਦੇ ਨਾਲ ਇਹ ਰੁਮਾਲ ਰੱਖਾਂਗਾ, ਇਹਦੇ ਨਾਲ ਇਹ ਚੁੰਨੀ ਲਵਾਂਗਾ। ਸਜਾਉਂਦਾ ਤੇ ਬੜਾ ਆਪਣੇ ਆਪ ਨੂੰ ਕਈ ਤਰ੍ਹਾਂ ਦੇ ਕੱਪੜੇ ਖਰੀਦ ਕੇ। ਮਹਾਰਾਜ ਕਹਿਣ ਲੱਗੇ ਅਨਕ ਸਾਜ, ਅਨੇਕ ਤਰ੍ਹਾਂ ਦੇ ਕੱਪੜੇ ਖਰੀਦੇ, ਫਿਰ ਸਾਜਿਆ ਉਹਨਾਂ ਨੂੰ, ਸ਼ਿੰਗਾਰਿਆ ਆਪਣੇ ਉੱਪਰ, ਸਜਾਇਆ। ਤੇ ਦੂਜਾ ਬਚਨ ਕਰਦੇ ਸਿੰਗਾਰ ਬਹੁ ਕਰਤਾ। ਹੁਣ ਸੋਹਣੇ ਕੱਪੜੇ ਪਾ ਲਏ, ਸ਼ਿੰਗਾਰ ਨਹੀਂ ਕੀਤਾ, ਫਿਰ ਸੀਸੇ ਸਾਹਮਣੇ ਬੈਠ ਗਿਆ, ਸੀਸੇ ਮੂਹਰੇ ਬੈਠ ਕੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਦਾ ਹੈ, ਕਰੀਮਾਂ ਪਾਊਡਰਾਂ ਦੀਆਂ ਵਰਤੋਂ ਕਰਦਾ ਹੈ, ਆਪਣੇ ਆਪ ਨੂੰ ਸੋਹਣਾ ਬਣਾਉਂਦਾ ਹੈ। ਜੇ ਕੱਪੜਾ ਸੋਹਣਾ ਪਾਇਆ ਹੈ ਤੇ ਬੂਥੀ ਵੀ ਸੋਹਣੀ ਲੱਗੇ, ਪਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਉਹ ਢਾਇਆ, ਮਹਾਰਾਜ ਕਹਿਣ ਲੱਗੇ ਜਿਵੇਂ ਮਰੇ ਬੰਦੇ ਦੇ ਉੱਪਰ ਕੋਈ ਖਫਨ ਪਾ ਦਈਦਾ ਨਾ, ਕੋਈ ਚਾਦਰ ਪਾ ਦਈਦੀ ਹੈ, ਤੇ ਚਾਦਰ ਭਾਵੇਂ ਉਹ ਮਹਿੰਗੇ ਮੁੱਲ ਦੀ ਹੋਵੇ ਤੇ ਭਾਵੇਂ ਸਸਤੇ ਮੁੱਲ ਦੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਜਦੋਂ ਕੋਈ ਮੁਰਦਾ ਮਰਦਾ ਹੈ, ਕੋਈ ਰਿਸ਼ਤੇਦਾਰ ਦੀ ਸਾਨੂੰ ਖਬਰ ਮਿਲਦੀ ਹੈ, ਅਸੀਂ ਉਹਦੇ ਵਾਸਤੇ ਲੋਈਆਂ ਲੈ ਕੇ ਜਾਂਦੇ, ਚਾਦਰਾਂ ਲੈ ਕੇ ਜਾਂਦੇ, ਦੁਕਾਨ ਤੋਂ ਸਸਤੀ ਜੀ ਚੁੱਕੀ ਜਾਂਦੀ ਹੈ, ਪਤਾ ਵੀ ਇਹ ਕੰਮ ਨਹੀਂ ਆਉਣੀ। ਇਹ ਤੇ ਇੱਕ ਲੋਕ ਲੱਜਾ ਹੈ, ਲੋਕ ਵਿਖਾਵਾ ਹੈ ਵੀ ਫਲਾਣੇ ਨੇ ਚਾਦਰ ਪਾਈ ਹੈ, ਤਨ ਢੱਕਿਆ, ਮੁਰਦੇ ਨੂੰ ਢੱਕਿਆ। ਇਹ ਤੇ ਇੱਕ ਲੋਕ ਰੀਤ ਹੈ, ਪਰ ਸਾਡੀ ਮਨਸ਼ਾ ਤੇ ਇਹੋ ਹੀ ਹੈ ਨਾ ਵੀ ਚਾਦਰ ਪਾਉਣ ਦਾ ਫਾਇਦਾ ਕੋਈ ਨਹੀਂ। ਜੇ ਕੋਈ ਫਾਇਦਾ ਹੁੰਦਾ ਹੋਵੇ ਤੇ ਅਸੀਂ ਮਹਿੰਗੀ ਕਿਉਂ ਨਾ ਖਰੀਦ ਕੇ ਲਿਆਉਂਦੇ, ਚੰਗੀ ਕਿਉਂ ਨਾ ਲੈ ਕੇ ਆਉਂਦੇ, ਗਰੰਟੀ ਵਾਰੰਟੀ ਵਾਲੀ ਕਿਉਂ ਨਾ ਲੈ ਕੇ ਆਉਂਦੇ। ਅਸੀਂ ਬਿਲਕੁਲ ਮਾੜੀ ਲੈ ਕੇ ਆਂਦੀ ਹੈ, ਸਾਨੂੰ ਪਤਾ ਵੀ ਮੁਰਦੇ ਦੇ ਉੱਪਰ ਕੱਪੜਾ ਪਾਉਣ ਦਾ ਫਾਇਦਾ ਕੋਈ ਨਹੀਂ। ਇਹ ਬਸ ਘਰੋਂ ਚੁੱਕਣਾ ਤੇ ਸ਼ਮਸ਼ਾਨ ਤੱਕ ਹੀ ਜਾਣਾ, ਉੱਥੇ ਉਤਾਰ ਦਿੱਤਾ ਜਾਣਾ, ਕੀ ਫਾਇਦਾ ਬਹੁਤੇ ਪੈਸੇ ਲਾਉਣ ਦਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਲਕੁਲ ਜਿਵੇਂ ਮ੍ਰਿਤਕ ਬੰਦੇ ਦੇ ਉੱਪਰ ਕੱਪੜਾ ਉਡਾਇਆ ਜਾਂਦਾ ਹੈ, ਉਡਾਇਆ ਤੋਂ ਭਾਵ ਪਹਿਨਾਇਆ ਉਹਦੇ ਉੱਪਰ ਪਾਇਆ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਉਹ ਵਿਅਕਤੀ ਹੈ ਜਿਨੇ ਅਨੇਕ ਤਰ੍ਹਾਂ ਦੇ ਸਰੀਰ ਦੇ ਉੱਪਰ ਕੱਪੜੇ ਤੇ ਸਜਾ ਲਏ ਨੇ, ਅਨੇਕ ਤਰ੍ਹਾਂ ਦੇ ਸਰੀਰ ਦੇ ਉੱਪਰ ਸ਼ਿੰਗਾਰ ਤੇ ਕਰ ਲਏ ਨੇ, ਪਰ ਬਿਨ ਬੁਝੇ ਰੱਬ ਨੂੰ ਫਿਰ ਵੀ ਨਹੀਂ ਬੁਝਿਆ ਕਿ ਪ੍ਰਮਾਤਮਾ ਨੇ ਮੈਨੂੰ ਸ਼ਿੰਗਾਰ ਵਾਸਤੇ ਪੈਸਾ ਦਿੱਤਾ ਹੈ, ਪ੍ਰਮਾਤਮਾ ਨੇ ਮੈਨੂੰ ਇਹ ਧਨ ਸੋਹਣੇ ਵਸਤਰਾਂ ਵਾਸਤੇ ਦਿੱਤਾ ਹੈ, ਜਿਨੇ ਮੈਨੂੰ ਇੰਨਾ ਕੋਈ ਦਿੱਤਾ ਮੈਂ ਉਹਨੂੰ ਚੇਤੇ ਕਰ ਲਵਾਂ। ਜੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਮਹਾਰਾਜ ਕਹਿਣ ਲੱਗੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਇਹ ਬਾਣੀ ਦੇ ਬਚਨ, ਸੁਗੰਧੀਆਂ ਲਾਉਣ ਲੱਗੇ ਕਦੇ ਰੱਬ ਨੂੰ ਚੇਤੇ ਕਰ ਲਿਆ ਕਰ ਵੀ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਇੰਨੇ ਜੋਗਾ ਬਣਾਇਆ ਵੀ ਮੈਂ ਸੁਗੰਧੀ ਲਾਉਂਦਾ ਪਿਆ। ਕਦੇ ਪ੍ਰਸ਼ਾਦਾ ਛਕਣ ਵੇਲੇ ਚੇਤੇ ਕਰ ਲਿਆ ਕਰ ਰੱਬਾ ਤੇਰਾ ਧੰਨਵਾਦ ਹੈ ਮੇਰੇ ਪੇਟ ਵਿੱਚ ਰੋਟੀ ਪੈਣ ਲੱਗੀ ਹੈ ਤੂੰ ਮੈਨੂੰ ਚੇਤੇ ਰੱਖਿਆ। ਨਹੀਂ, ਯਾਦ ਕੋਈ ਨਹੀਂ ਕਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੇ ਬੰਦੇ ਦਾ ਕੀਤਾ ਸ਼ਿੰਗਾਰ, ਐਸੇ ਬੰਦੇ ਦੇ ਪਾਏ ਹੋਏ ਬਸਤਰ ਬਿਲਕੁਲ ਇਸ ਤਰ੍ਹਾਂ ਜਾਣ ਲਓ ਜਿਵੇਂ ਮੁਰਦੇ ਬੰਦੇ ਦੇ ਉੱਪਰ ਚਾਦਰ ਪਾਈ ਹੈ, ਲੋਈ ਜਾਂ ਕੱਪੜਾ ਪਾਇਆ ਹੈ, ਬਿਲਕੁਲ ਬਰਾਬਰ ਹੀ ਹੈ, ਸੇਮ ਹੀ ਹੈ, ਫਰਕ ਕੋਈ ਨਹੀਂ ਹੈ। ਧਾਏ ਧਾਏ ਕਿਰਪਨ ਸਰਮ ਕੀਨੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਾਏ ਧਾਏ ਤੋਂ ਗੁਰਮੁਖੋ ਭਾਵ ਹੁੰਦਾ ਦੌੜਨਾ, ਕਦੇ ਸੱਜੇ ਦੌੜ ਗਿਆ ਕਦੇ ਖੱਬੇ ਦੌੜ ਗਿਆ, ਭੱਜਾ ਫਿਰਦਾ ਦਿਨੇ ਰਾਤ। ਪਹਿਲਾਂ ਪੈਦਲ ਚੱਲਦਾ ਸੀ, ਕਹਿਣ ਲੱਗਾ ਵੀ ਛੇਤੀ ਨਹੀਂ ਪਹੁੰਚਿਆ ਜਾਂਦਾ, ਸਾਈਕਲ ਪ੍ਰਾਪਤ ਹੋ ਗਿਆ, ਫਿਰ ਮੋਟਰਸਾਈਕਲ ਪ੍ਰਾਪਤ ਹੋ ਗਿਆ, ਫਿਰ ਗੱਡੀ ਪ੍ਰਾਪਤ ਹੋ ਗਈ ਹੈ, ਫਿਰ ਜਹਾਜ਼ ਪ੍ਰਾਪਤ ਹੋ ਗਿਆ, ਕਹਿਣ ਲੱਗਾ ਸਫ਼ਰ ਤੇ ਟਾਈਮ ਲੱਗਦਾ ਹੈ, ਮੈਂ ਇਹ ਟਾਈਮ ਬਚਾ ਕੇ ਮਾਇਆ ਇਕੱਠੀ ਕਰਨੀ ਹੈ। ਤੇ ਟਾਈਮ ਬਚਾਉਣ ਵਾਸਤੇ ਫਿਰ ਘਰ ਦੀਆਂ ਸਵਾਰੀਆਂ ਬੜੀਆਂ ਤੇਜ਼ ਭੱਜਣ ਵਾਲੀਆਂ ਦੌੜਨ ਵਾਲੀਆਂ ਰੱਖਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਾਏ ਧਾਏ ਦੌੜਨ ਵਾਸਤੇ ਭੱਜਣ ਵਾਸਤੇ ਭੱਜ ਭੱਜ ਕੇ ਜਾਂਦਾ ਹੈ, ਤੇ ਜਦੋਂ ਭੱਜ ਕੇ ਜਾਂਦਾ ਹੈ ਨਾ ਫਿਰ ਮਾਇਆ ਇਕੱਠੀ ਕਰਦਾ ਕਮਾਉਂਦਾ ਹੈ, ਤੇ ਮਾਇਆ ਇਕੱਠੀ ਕਰਕੇ ਕਿਰਪਨ ਸਮ, ਕਿਰਪਨ ਕਿਹਾ ਜਾਂਦਾ ਕੰਜੂਸ ਬੰਦੇ ਨੂੰ। ਮਾਇਆ ਕਮਾਉਂਦਾ ਜ਼ਰੂਰ ਪਿਆ ਪਰ ਖਰਚਦਾ ਨਹੀਂ ਉਹਦੇ ਵਿੱਚੋਂ ਪਿਆ। ਜੇ ਪਿਆਸ ਲੱਗੀ ਹੈ ਨਾ ਤੇ ਇਹ ਨਹੀਂ ਵੀ 2 ਪੈਸੇ ਦੇ ਕੇ ਪਾਣੀ ਪੀ ਲਵਾਂ, ਨਹੀਂ, ਪਾਣੀ ਪੀਤੇ ਬਿਨਾ ਸਰ ਜਾਣਾ। ਚਮੜੀ ਜਾਏ ਪਰ ਦਮੜੀ ਨਾ ਜਾਏ। ਸਰੀਰ ਦਾ ਨੁਕਸਾਨ ਹੁੰਦਾ ਕੋਈ ਗੱਲ ਨਹੀਂ, ਰੋਟੀ ਤੇ ਬਾਅਦ ਵਿੱਚ ਵੀ 2 ਘੰਟੇ ਖਾ ਲਵਾਂਗਾ, ਕੱਲ ਨੂੰ ਵੀ ਖਾ ਲਵਾਂਗਾ, ਫਰਕ ਨਹੀਂ ਕੋਈ ਹੈ, ਪਰ ਮਾਇਆ ਨਹੀਂ ਜੇਬ ਦੇ ਵਿੱਚੋਂ ਖਰਚਾਂਗਾ। ਕਹਿਣ ਲੱਗੇ ਧਾਏ ਧਾਏ ਦੌੜ ਦੌੜ ਕੇ ਕਮਾਉਂਦਾ ਹੈ, ਪਰ ਕਮਾ ਕੇ ਕਿਰਪਨ ਸਮ ਕੰਜੂਸ ਬੰਦੇ ਦੇ ਵਾਂਗ ਮਾਇਆ ਕੋਲ ਰੱਖਦਾ। ਤੇ ਜਿਹੜੀ ਮਾਇਆ ਹੈ ਨਾ ਸ਼ਰਮ ਕੀਨੂ, ਸ਼ਰਮ ਤੋਂ ਭਾਵ ਹੁੰਦਾ ਗੁਰਮੁਖੋ ਥਕੇਵਾ। ਹੁਣ ਜੇ ਮਾਇਆ ਕਮਾਵਾਂਗੇ ਥਕਾਵਟ ਤੇ ਹੋਵੇਗੀ ਨਾ, ਦਿਨੇ ਤੋਂ ਰਹਿ ਕੇ ਰਾਤ ਤੱਕ ਭੱਜਾ, ਰਾਤ ਤੋਂ ਲੈ ਕੇ ਸਵੇਰ ਤੱਕ ਫਿਰ ਦੌੜਿਆ, ਤੇ ਸਰੀਰ ਨੂੰ ਵੀ ਤੇ ਆਰਾਮ ਚਾਹੀਦਾ ਪਰ ਆਰਾਮ ਨਹੀਂ ਕਰਦਾ, ਦਿਨੇ ਰਾਤ ਭੱਜਾ ਫਿਰਦਾ, ਸੜਕਾਂ ਦੇ ਉੱਪਰ ਦੌੜਿਆ ਫਿਰਦਾ, ਸਰੀਰ ਥੱਕ ਜਾਂਦਾ, ਫਿਰ ਨਸ਼ੇ ਪੱਤੇ ਦਾ ਆਦੀ ਹੋ ਜਾਂਦਾ ਵੀ ਚਲੋ ਇੱਕ ਗੋਲੀ ਲੈ ਲਈਏ, ਅੱਜ ਥੱਕੇ ਹੋਏ ਆ ਥੋੜਾ ਕੰਮ ਵੱਧ ਕਰ ਲਵਾਂ, ਹੌਲੀ ਹੌਲੀ ਇੱਕ ਗੋਲੀ ਤੋਂ ਫਿਰ ਦੂਜੀ ਸ਼ੁਰੂ ਹੋ ਗਈ, ਚੌਥੀ ਪੰਜਵੀਂ, ਫਿਰ ਤੇ ਪਤਾ ਨਹੀਂ ਕਿੰਨਾ ਕੁ ਨਸ਼ਾ ਖਾ ਜਾਂਦਾ ਹੈ। ਸਰੀਰ ਥਕਾਵਟ ਮੰਨਦਾ ਹੈ ਪਰ ਮਾਇਆ ਦਾ ਇੰਨਾ ਲਾਲਚ ਹੈ ਵੀ ਸਰੀਰ ਦੀ ਥਕਾਵਟ ਨੂੰ ਸਮਝਦਾ ਨਹੀਂ ਪਿਆ। ਧਾਏ ਧਾਏ ਕਿਰਪਨ ਸਮ ਕੀਨੋ। ਮਹਾਰਾਜ ਕਹਿਣ ਲੱਗੇ ਦੌੜ ਦੌੜ ਕੇ ਕੰਜੂਸਾਂ ਦੇ ਵਾਂਗ ਮਾਇਆ ਇਕੱਠੀ ਕਰ ਲਈ ਹੈ, ਮਾਇਆ ਵਿੱਚੋਂ ਰੁਪਈਆ ਖਰਚਿਆ ਕੋਈ ਨਹੀਂ, ਥਕਾਵਟ ਸਰੀਰ ਤੇ ਲੈ ਲਈ ਹੈ, ਭੁੱਖਾ ਤੇ ਪਿਆਸਾ ਰਹਿ ਗਿਆ ਹੈ, ਐਸੀ ਇਹਦੀ ਹਾਲਤ ਹੋਈ ਹੈ। ਬਹੁਤੀ ਮਾਇਆ ਇਕੱਠੀ ਕਰ ਲਈ। ਹੁਣ ਆਂਢੀਆਂ ਗੁਆਂਢੀਆਂ ਭਰਾਵਾਂ ਦੋਸਤਾਂ ਨੂੰ ਦੱਸਦਾ ਹੈ ਮੈਂ ਜਦੋਂ ਘਰੋਂ ਚੱਲਿਆ ਸੀ ਮੇਰੇ ਕੋਲ 5 ਰੁਪਏ ਸਨ, ਅੱਜ ਵੇਖੋ ਮੈਂ 5 ਕਰੋੜ ਦਾ ਮਾਲਕ ਬਣ ਗਿਆ। ਜਦੋਂ ਮੈਂ ਘਰੋਂ ਤੁਰਿਆ ਸੀ ਮੇਰੇ ਕੋਲ ਸਾਈਕਲ ਸੀਗਾ, ਅੱਜ ਮੈਂ ਟਰਾਂਸਪੋਰਟ ਦਾ ਮਾਲਕ ਬਣ ਗਿਆ ਹਾਂ। ਦੂਜਿਆਂ ਨੂੰ ਦੱਸਦਾ ਹੈ ਇਕੱਤਰ ਕਰੀ ਹੈ ਮਾਇਆ। ਇਸ ਤਰ੍ਹਾਂ ਦੌੜ ਦੌੜ ਕੇ ਭੱਜ ਭੱਜ ਕੇ ਬਹੁਤੀ ਮਾਇਆ ਇਕੱਠੀ ਕਰ ਲਈ, ਬਹੁਤੇ ਖਜ਼ਾਨੇ ਬਣਾ ਲਏ ਹਨ। ਪਰ ਗੁਰਮੁਖੋ ਉਸ ਮਾਇਆ ਦੇ ਨਾਲ ਕਦੇ ਦਾਨ ਪੁੰਨ ਨਹੀਂ ਕੀਤਾ। ਦਾਨ ਜਦੋਂ ਮਰਜ਼ੀ ਆਪਾਂ ਕਰ ਲਈਏ, ਕੱਪੜਾ ਦਾਨ ਕਰ ਲਈਏ, ਜੁੱਤੀ ਦਾਨ ਕਰ ਲਈਏ, ਪੈਸਾ ਦਾਨ ਕਰ ਲਈਏ, ਦਾਨ ਜਦੋਂ ਮਰਜ਼ੀ ਕੀਤਾ ਜਾ ਸਕਦਾ ਹੈ।
ਪਰ ਜਦੋਂ ਮਰਜ਼ੀ ਕੀਤਾ ਜਾਣ ਵਾਲਾ ਵੀ ਦਾਨ ਨਹੀਂ ਕੀਤਾ। ਤੇ ਪੁੰਨ ਉਹਨੂੰ ਕਿਹਾ ਜਾਂਦਾ ਗੁਰਮੁਖੋ ਜਿਹੜਾ ਕਿਸੇ ਵਿਸ਼ੇਸ਼ ਦਿਹਾੜੇ ਤੇ ਕੀਤਾ ਜਾਵੇ। ਜਿਵੇਂ ਮੰਨ ਲਓ ਕਿ ਮੱਸਿਆ ਹੈ, ਪੁੰਨਿਆ ਹੈ, ਇਸੇ ਤਰ੍ਹਾਂ ਕੋਈ ਮੇਲਾ ਹੈ, ਇਕਾਦਸ਼ੀ ਹੈ, ਦੁਆਦਸ਼ੀ ਹੈ, ਕਿਸੇ ਮੇਲੇ ਤੇ ਕਿਸੇ ਖਾਸ ਤਿਉਹਾਰ ਤੇ ਦਾਨ ਕੀਤਾ, ਉਹਨੂੰ ਕੀਤਾ ਕਿਹਾ ਜਾਂਦਾ ਪੁੰਨ ਕੀਤਾ। ਮਹਾਰਾਜ ਕਹਿਣ ਲੱਗੇ ਨਾ ਦਾਨ ਕੀਤਾ ਨਾ ਪੁੰਨ ਕੀਤਾ। ਜੇ ਦਾਨ ਪੁੰਨ ਕਿਤੇ ਬਿਪਤਾ ਪੈ ਵੀ ਜਾਵੇ ਨਾ ਤੇ ਤਾਂ ਵੀ ਕਰਨ ਨੂੰ ਜੀ ਨਹੀਂ ਕਰਦਾ। ਕਹਿਣ ਲੱਗੇ ਇੱਕ ਵਿਅਕਤੀ ਖਜੂਰ ਦੇ ਉੱਪਰ ਚੜ ਗਿਆ, ਉੱਪਰ ਤੇ ਚੜ ਗਿਆ, ਜਦੋਂ ਥੱਲੇ ਨੂੰ ਵੇਖਿਆ ਤੇ ਡਰ ਆਇਆ, ਜੇ ਡਿੱਗ ਪਿਆ ਮਰ ਜਾਵਾਂਗਾ। ਮਰਨ ਦਾ ਡਰ ਹੈ, ਥੱਲੇ ਉਤਰਨ ਲੱਗਿਆ। ਖਜੂਰ ਤੇ ਚੜੇ ਨੇ ਸੁਖਣਾ ਸੁਖੀ ਹੈ, 100 ਕੰਬਲ ਦਾਨ ਕਰ ਦਿਆਂਗਾ ਮਹਾਤਮਾ ਲੋਕਾਂ ਨੂੰ, ਭਜਨ ਕਰਨ ਵਾਲੇ ਸਾਧੂਆਂ ਨੂੰ 100 ਕੰਬਲ ਦਾਨ ਕਰਾਂਗਾ ਜੇ ਮੈਂ ਸੁਖੀ ਸਾਂਦੀ ਥੱਲੇ ਉਤਰ ਜਾਵਾਂ, ਮੇਰਾ ਅੰਗ ਪੈਰ ਟੁੱਟੇ ਨਾ, ਮੈਂ ਮਰਾਂ ਨਾ। ਇਹ ਸੁਖਣਾ ਸੁਖੇ ਥੱਲੇ ਨੂੰ ਤੁਰਿਆ, ਅੱਧ ਵਿਚਕਾਰ ਆ ਗਿਆ, ਵੇਖਿਆ ਮੈਂ ਤੇ ਅੱਧਾ ਪੈਂਡਾ ਤੈਅ ਕਰ ਲਿਆ, ਹੁਣ ਨਹੀਂ ਮਰਾਂਗਾ, ਲੱਤ ਬਾਂਹ ਹੀ ਟੁੱਟੇਗੀ। ਉੱਥੇ ਅੱਧ ਵਿੱਚ ਆਇਆ, ਮਨ ਬਦਲ ਗਿਆ, ਕਹਿਣ ਲੱਗਾ 100 ਕੰਬਲ ਤੇ ਬੜਾ ਮਹਿੰਗਾ, ਮੈਂ ਕਾਹਲੀ ਨਾਲ ਫੈਸਲਾ ਲੈ ਬੈਠਾ, ਮੈਨੂੰ ਸੋਚਣਾ ਚਾਹੀਦਾ ਸੀ। ਉੱਥੇ ਫੈਸਲਾ ਬਦਲ ਗਿਆ, ਕਹਿਣ ਲੱਗਾ 50 ਹੀ ਦੇਵਾਂਗਾ, 50 ਕੰਬਲ ਦਾਨ ਕਰਾਂਗਾ, ਥੱਲੇ ਉਤਰ ਜਾਵਾਂ। 2-4 ਕਦਮ ਹੋਰ ਥੱਲੇ ਨੂੰ ਆਇਆ, ਸੋਚਦਾ ਹੁਣ ਤੇ ਉਤਰ ਹੀ ਜਾਣਾ, ਕੰਬਲ 50 ਜ਼ਿਆਦੇ ਨੇ, ਮਹਿੰਗੇ ਨੇ, ਇੰਨਾ ਪੈਸਾ ਕਿਉਂ ਲਾਉਣਾ। 50 ਤੋਂ 25 ਤੇ ਆ ਗਿਆ, 25 ਤੋਂ 10 ਤੇ ਆ ਗਿਆ। ਜਦੋਂ ਥੱਲੇ ਉਤਰਿਆ 10 ਦੀ ਵਿਚਾਰ ਆਇਆ, ਤੇ ਜਦੋਂ ਧਰਤੀ ਤੇ ਪੈਰ ਲੱਗ ਗਿਆ ਕਹਿਣ ਲੱਗਾ 5 ਹੀ ਬੜੇ ਨੇ। 100 ਤੋਂ ਚੱਲਿਆ, ਘਟਦਿਆਂ ਘਟਦਿਆਂ 5 ਤੇ ਆ ਗਿਆ, 5 ਹੀ ਬਹੁਤ ਨੇ, ਮੈਂ ਤੇ ਐਵੇਂ ਕਾਹਲੀ ਨਾਲ ਫੈਸਲਾ ਲੈ ਲਿਆ। ਦੁਕਾਨ ਤੇ ਗਿਆ ਖਰੀਦਣ ਵਾਸਤੇ, ਜਦੋਂ ਉਹਨਾਂ ਦਾ ਰੇਟ ਪੁੱਛਿਆ, ਰੇਟ ਬਹੁਤਾ ਜ਼ਿਆਦਾ ਲੱਗਾ, ਕਹਿਣ ਲੱਗਾ 5 ਵੀ ਜ਼ਿਆਦੇ, 1 ਹੀ ਦੇ ਦੇ। ਇੱਕ ਕੰਬਲ ਚੁੱਕਿਆ, ਸਿਰ ਤੇ ਰੱਖਿਆ ਤੇ ਦੌੜ ਪਿਆ। ਜਿੱਥੇ ਮਹਾਤਮਾ ਬੈਠੇ ਸਨ ਉਹ ਕੰਬਲ ਰੱਖ ਕੇ ਅੱਗੇ ਆਂਦਾ ਵੀ ਛੇਤੀ ਨਾਲ ਮੇਰੀ ਅਰਦਾਸ ਕਰ ਦਿਓ। ਮਹਾਤਮਾ ਨੇ ਪੁੱਛਿਆ ਵੀ ਛੇਤੀ ਕਾਹਦੀ ਹੈ, ਕਾਹਲੀ ਕਾਹਦੀ ਹੈ। ਕਹਿਣ ਲੱਗਾ ਮਹਾਤਮਾ ਜੀ ਜਦੋਂ ਖਜੂਰ ਤੇ ਚੜਿਆ ਸੀ ਉਦੋਂ 100 ਦੀ ਮਨ ਵਿੱਚ ਵਿਚਾਰ ਬਣੀ ਸੀ, ਉਹ ਘਟਦਿਆਂ ਘਟਦਿਆਂ ਵਿਚਾਰ 1 ਕੰਬਲ ਤੇ ਆ ਗਈ ਹੈ, ਤੇ ਇਹ ਨਾ ਹੋਵੇ ਮੇਰਾ ਹੁਣ ਵੀ ਮਨ ਬਦਲ ਜਾਵੇ, ਮੈਂ 1 ਵੀ ਚੁੱਕ ਕੇ ਲੈ ਜਾਵਾਂ। ਤੁਸੀਂ 1 ਨੂੰ ਆਪਣਾ ਇਹ ਕੋਲ ਰੱਖ ਲਓ, ਮੈਂ 1 ਤੁਹਾਨੂੰ ਦੇ ਚੱਲਿਆ, ਬਾਕੀ 99 ਨਹੀਂ ਦੇ ਸਕਿਆ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਪੁੰਨ ਦਾਨ ਨਹੀਂ ਸੰਤਨ ਸੇਵਾ। ਜੇ ਕਿਤੇ ਦਾਨ ਕਰਨ ਦਾ ਸਮਾਂ ਆਉਂਦਾ ਤੇ ਦਾਨ ਨਹੀਂ ਕਰਨਾ ਚਾਹੁੰਦਾ, ਉੱਥੇ ਹੱਥ ਘੁੱਟ ਲੈਂਦਾ ਵੀ ਕਿਉਂ ਮਾਇਆ ਦਿਆ। ਜੇ ਪੁੰਨ ਕਰਨ ਦਾ ਸਮਾਂ ਆਉਂਦਾ ਤੇ ਉੱਥੇ ਵੀ ਕਹਿ ਲੈਂਦਾ ਵੀ ਠੀਕ ਹੈ, ਕਿਉਂ ਮੈਂ ਪੁੰਨ ਤੇ ਮੈਂ ਆਇਆ, ਮੱਥਾ ਟੇਕਿਆ ਚੱਲਿਆ, ਕਿਉਂ ਪੁੰਨ ਕਰਾਂ। ਦਾਨ ਕੀਤਾ ਨਾ ਪੁੰਨ ਕੀਤਾ, ਨਾ ਸੰਤਨ ਸੇਵਾ, ਨਾ ਕਿਸੇ ਸਾਧੂ ਦੀ ਸੇਵਾ ਕੀਤੀ, ਨਾ ਸੰਗਤ ਦੀ ਸੇਵਾ ਕੀਤੀ, ਐਸੀ ਇਹਦੀ ਹਾਲਤ ਹੈ। ਤੇ ਮਹਾਰਾਜ ਕਹਿਣ ਲੱਗੇ ਇਹ ਕਮਾਇਆ ਹੋਇਆ ਪੈਸਾ ਕਿਸੇ ਕੰਮ ਨਹੀਂ ਆਇਆ। ਸੋ ਜੇ ਪੈਸਾ ਕਮਾ ਲਿਆ ਨਾ, ਕੰਮ ਤੇ ਨਾ ਆਇਆ, ਆਪਣੇ ਵਾਸਤੇ ਤੇ ਵਰਤਿਆ ਹੀ ਨਹੀਂ, ਨਾ ਪ੍ਰਸ਼ਾਦਾ ਕਦੇ ਛਕਿਆ, ਨਾ ਕਦੇ ਆਪਣੀ ਲੋੜ ਪੂਰੀ ਕੀਤੀ, ਆਪ ਤੇ ਟੁੱਟੀ ਜੁੱਤੀ ਪਾ ਕੇ ਸਾਰੀ ਉਮਰਾਂ ਕੱਢ ਦਿੱਤੀ ਹੈ, ਮਾਇਆ ਇਕੱਠੀ ਕਰਦਾ ਰਿਹਾ, ਦਾਨ ਪੁੰਨ ਕੀਤਾ ਕੋਈ ਨਹੀਂ। ਫਿਰ ਤੇਰਾ ਕਮਾਇਆ ਹੋਇਆ ਪੈਸਾ ਕਿਸ ਕੰਮ ਆਇਆ, ਕਿਸੇ ਕੰਮ ਨਹੀਂ ਆਇਆ ਹੈ। ਸਤਿਗੁਰੂ ਇੱਕ ਉਦਾਹਰਨ ਦਿੰਦੇ ਨੇ ਸਮਝਣ ਵਾਸਤੇ। ਮਹਾਰਾਜ ਨੇ ਬੜੀਆਂ ਸੌਖੀਆਂ ਸੌਖੀਆਂ ਉਦਾਹਰਨਾਂ ਦਿੱਤੀਆਂ, ਜੇ ਸਿੱਧੀ ਸਮਝ ਨਹੀਂ ਲੱਗਦੀ ਹੈ ਤੇ ਕਿਸੇ ਜਰੀਏ ਤੈਨੂੰ ਸਮਝ ਲੱਗ ਜਾਵੇ। ਤੇ ਸਤਿਗੁਰੂ ਜੀ ਇੱਕ ਨਵੀਂ ਵਿਆਹੀ ਇਸਤਰੀ ਦੀ ਉਦਾਹਰਨ ਦਿੰਦੇ ਨੇ। ਕਹਿਣ ਲੱਗੇ ਇੱਕ ਕਾਮਨ ਨੇ, ਨਵੀਂ ਵਿਆਹੀ ਵਹੁਟੀ ਨੇ ਕੀ ਕੀਤਾ ਹੈ, ਕਰ ਆ ਭਰਨ। ਆ ਭਰਨ ਤੋਂ ਭਾਵ ਹੁੰਦਾ ਗੁਰਮੁਖੋ ਸ਼ਿੰਗਾਰ ਕਰਨਾ, ਗਹਿਣੇ ਗੱਟੇ ਪਾਉਣੇ। ਗਹਿਣੇ ਗੱਟੇ ਨਾ ਵਿਆਹੀ ਦੁਲਹਨ ਨੇ ਪਾ ਲੈ, ਸ਼ਿੰਗਾਰ ਕਰ ਲੈ ਕਈ ਤਰ੍ਹਾਂ ਦੇ। ਤੇ ਪਾਤਸ਼ਾਹ ਕਹਿਣ ਲੱਗੇ ਸਵਾਰੀ ਸੇਜਾ, ਆਪਣਾ ਘਰ ਵੀ ਸਵਾਰ ਲਿਆ, ਮੰਜਾ ਪਲੰਘਾ ਚਾਦਰਾਂ ਨਵੀਆਂ ਵਿਛਾ ਦਿੱਤੀਆਂ, ਪੋਚੇ ਲਾ ਦਿੱਤੇ, ਘਰ ਨੂੰ ਬੜਾ ਸੋਹਣਾ ਬਣਾ ਲਿਆ। ਘਰ ਵੀ ਸੋਹਣਾ ਬਣਾ ਲਿਆ ਹੈ, ਪਲੰਘਾ ਵੀ ਆਪਣਾ ਸ਼ਿੰਗਾਰ ਲਿਆ ਹੈ,
ਗਹਿਣੇ ਗੱਟੇ ਵੀ ਪਾ ਲਏ ਨੇ, ਹਾਰ ਸ਼ਿੰਗਾਰ ਵੀ ਕਰ ਲਿਆ, ਸਾਰਾ ਕੁਝ ਹੀ ਕਰ ਲਿਆ ਹੈ। ਪਰ ਪਾਤਸ਼ਾਹ ਕਹਿਣ ਲੱਗੇ ਕਾਮਨ ਥਾਟ ਬਣਾਇਆ, ਸਾਰੀ ਬਨੌਟ ਬਣਾ ਲਈ ਹੈ ਕਿ ਹੁਣ ਮੈਨੂੰ ਇਸ ਘਰ ਦੇ ਵਿੱਚ ਸਾਰੇ ਸੁੱਖ ਮਿਲਣਗੇ। ਬਾਹਰੀ ਵਿਖਾਵਾ, ਬਾਹਰੀ ਬਨਾਵਟ ਤੇ ਸਾਰੀ ਬਣ ਗਈ ਹੈ। ਸੰਗ ਨਾ ਪਾਇਓ ਆਪਣੇ ਭਰਤੇ, ਭਰਤਾ ਨਾਮ ਗੁਰਮੁਖੋ ਪਤੀ ਦਾ ਹੈ, ਪਰ ਉਸ ਸੋਹਣੇ ਘਰ ਵਿੱਚ ਪਤੀ ਨਹੀਂ ਹੈਗਾ। ਘਰ ਤੇ ਸੋਹਣਾ ਬਣਾ ਲਿਆ, ਸ਼ਿੰਗਾਰ ਵੀ ਕਰ ਲਿਆ, ਮੰਜਾ ਪਲੰਗਾ ਵੀ ਸੋਹਣਾ ਹੈ, ਪਰ ਉਹ ਸਾਰਾ ਕੁਝ ਸੋਹਣੇ ਦਾ ਫਾਇਦਾ ਤੇ ਤਾਂ ਹੀ ਹੈ ਨਾ ਜੇ ਪਤੀ ਹੋਵੇ ਵੇਖਣ ਵਾਲਾ। ਪਤੀ ਘਰ ਵਿੱਚ ਨਹੀਂ ਹੈ, ਘਰ ਸੋਹਣੇ ਬਣਾਏ ਦਾ ਕੀ ਕਰੇਗਾ, ਸ਼ਿੰਗਾਰ ਕਰੇਗਾ ਕੀ ਕਰੇਗਾ, ਗਹਿਣਾ ਗੱਟਾ ਪਾਏ ਦਾ ਕੀ ਕਰੇਗਾ। ਮਹਾਰਾਜ ਕਹਿਣ ਲੱਗੇ ਸੰਗ ਨਾ ਪਾਇਓ ਆਪਣੇ ਭਰਤੇ। ਆਪਣੇ ਪਤੀ ਨੂੰ ਉਸ ਬੀਬੀ ਨੇ ਨਵ ਵਿਆਹੀ ਨੇ ਹਾਰ ਸ਼ਿੰਗਾਰ ਤੇ ਕੀਤੇ, ਪਰ ਆਪਣੇ ਕੋਲ ਉਸ ਨੂੰ ਪਾਇਆ ਨਹੀਂ, ਆਪਣੇ ਕੋਲ ਉਸ ਨੂੰ ਉਸਨੇ ਵੇਖਿਆ ਨਹੀਂ ਹੈ। ਦੁੱਖ ਪਾਇਆ, ਹੁਣ ਆਪਣੇ ਹਾਰ ਸ਼ਿੰਗਾਰ ਵੇਖ ਕੇ ਦੁਖੀ ਹੁੰਦੀ ਪਈ ਹੈ ਵੀ ਮੈਂ ਇੰਨਾ ਸਮਾਂ ਲਾਇਆ, ਇੰਨੇ ਸੋਹਣੇ ਕੱਪੜੇ ਪਾਏ, ਇੰਨੇ ਹਾਰ ਸ਼ਿੰਗਾਰ ਕੀਤੇ, ਘਰ ਸਜਾਇਆ, ਪਰ ਜਿੰਨੇ ਵੇਖਣਾ ਸੀ ਉਹ ਤੇ ਘਰ ਵਿੱਚ ਆਇਆ ਹੀ ਨਹੀਂ, ਪਤੀ ਤੇ ਆਇਆ ਹੀ ਨਹੀਂ। ਮੇਰੇ ਹਾਰ ਸ਼ਿੰਗਾਰ ਕਰਨ ਦਾ ਕੀ ਫਾਇਦਾ ਹੈ। ਹੁਣ ਆਪਣੇ ਗਹਿਣਿਆਂ ਵੱਲ ਵੇਖ ਕੇ ਰੋਂਦੀ ਪਈ ਹੈ, ਹੁਣ ਆਪਣੇ ਸ਼ਿੰਗਾਰਾਂ ਵੱਲ ਵੇਖ ਕੇ ਰੋਂਦੀ ਪਈ ਹੈ, ਮਨ ਵਿੱਚ ਦੁਖੀ ਹੁੰਦੀ ਪਈ ਹੈ। ਪਤੀ ਦੀ ਪ੍ਰਾਪਤੀ ਦਾ ਆਨੰਦ ਨਹੀਂ ਮਿਲਿਆ, ਸ਼ਿੰਗਾਰਾਂ ਦਾ ਕੀ ਫਾਇਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਗੁਰਮੁਖਾ ਤੂੰ ਦੁਨੀਆ ਦੇ ਕੰਮ ਤੇ ਕਰਤੱਵ ਤੇ ਕਰਦਾ ਪਿਆ ਦੁਨੀਆ ਵਾਸਤੇ, ਪਰ ਜੇ ਤੈਨੂੰ ਪ੍ਰਮਾਤਮਾ ਪ੍ਰਾਪਤ ਹੀ ਨਹੀਂ ਹੋਇਆ ਤੇ ਫਿਰ ਤੇਰੇ ਕੀਤੇ ਕਰਤੱਵਾਂ ਦਾ ਕੀ ਲਾਭ ਹੈ, ਕੀ ਫਾਇਦਾ। ਕੋਈ ਫਾਇਦਾ ਨਹੀਂ ਹੈ। ਮਹਾਰਾਜ ਇੱਕ ਹੋਰ ਉਦਾਹਰਨ ਦਿੰਦੇ ਗੁਰਮੁਖੋ, ਜ਼ਿਮੀਂਦਾਰ ਨਾਲ ਜਿਹੜਾ ਬੰਦਾ ਜੁੜਿਆ ਨਾ, ਫਸਲ ਬਾੜੀ ਬੀਜਦਾ, ਵੱਢਦਾ, ਵੇਖਦਾ, ਸਮਝਣ ਵਾਸਤੇ ਮਹਾਰਾਜ ਕਹਿਣ ਲੱਗੇ ਇਹ ਬੰਦਾ ਸਾਰਾ ਦਿਨ ਇੱਕ ਦਿਨ ਕੀ ਹੋਇਆ ਮਜ਼ਦੂਰੀ ਕਰਦਾ, ਮਜ਼ਦੂਰ ਬਣ ਕੇ ਸਾਰਾ ਦਿਨ ਕੰਮ ਕੀਤਾ ਹੈ। ਮਜ਼ਦੂਰੀ ਕੀ ਕੀਤੀ ਹੈ, ਝੋਨੇ ਦੇ ਉੱਪਰ, ਚੌਲ ਦੇ ਉੱਪਰ ਛਿਲਕਾ ਹੁੰਦਾ, ਜਿਸ ਨੂੰ ਛਿਲਕੇ ਦਾ ਇਕੱਠ ਕੀਤਾ ਹੋਇਆ। ਆਪਾਂ ਛੱਲਰ ਵੇ ਜਾਂਦੇ ਆ ਨਾ, ਫੱਕ ਪਈ ਹੋਈ ਹੈ, ਫੱਕ ਦੀਆਂ ਬੋਰੀਆਂ ਕੋਈ ਭਰ ਲਿਆ ਵੇ, ਆਪਣੇ ਘਰ ਵਿੱਚ ਢੇਰ ਲਾ ਕੇ ਤੇ ਡੰਡਾ ਫੜ ਕੇ ਕੁੱਟਣ ਲੱਗ ਪਵੇ ਵੀ ਮੈਂ ਇਹ ਫੱਕ ਦੇ ਵਿੱਚੋਂ ਕੁਝ ਨਾ ਕੁਝ ਕੱਢਾਂਗਾ। ਮਹਾਰਾਜ ਕਹਿਣ ਲੱਗੇ ਡੰਡਾ ਫੜ ਕੇ, ਮੂਸਲ ਫੜ ਕੇ ਸਾਰਾ ਦਿਨ ਤੂੰ ਫੱਕ ਨੂੰ ਕੁੱਟਦਾ ਰਹਿ, ਪਰ ਫੱਕ ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ ਪਾਣੀ ਵਿੱਚ ਮਧਾਣੀ ਪਾ ਕੇ ਸਾਰਾ ਦਿਨ ਰੜਕੀ ਜਾ, ਪਾਣੀ ਨੂੰ ਵਿੱਚੋਂ ਨਿਕਲਣਾ ਕੁਝ ਨਹੀਂ ਹੈ, ਮੱਖਣ ਨਹੀਂ ਨਿਕਲੇਗਾ। ਇਸੇ ਤਰ੍ਹਾਂ ਚੌਲਾਂ ਦੀ ਫੱਕ ਨੂੰ ਜਿੰਨਾ ਮਰਜ਼ੀ ਕੁੱਟੀ ਜਾ, ਸਾਰੋ ਦਿਨ ਮਜ਼ਦੂਰੀ ਕਰਤਾ, ਸਾਰਾ ਦਿਨ ਮਜ਼ਦੂਰ ਬਣ ਕੇ, ਦਿਹਾੜੀਦਾਰ ਬਣ ਕੇ, ਪੱਲੇਦਾਰ ਬਣ ਕੇ ਉਸ ਮੂਸਲ ਨੂੰ ਕੁੱਟਦਾ ਰਿਹਾ, ਫੱਕ ਨੂੰ ਕੁੱਟਦਾ ਰਿਹਾ। ਪਾਤਸ਼ਾਹ ਕਹਿਣ ਲੱਗੇ ਤੂੰ ਮੂਸਲ ਹੈ ਸ਼ਰਾਇਆ, ਮੂਸਲ ਨੂੰ ਕੁੱਟਿਆ ਜ਼ਰੂਰ ਹੈ, ਉਹਨੂੰ ਛਾਣਿਆ ਜ਼ਰੂਰ ਹੈ, ਉਹਨੂੰ ਵਸਾਇਆ ਜ਼ਰੂਰ ਹੈ ਛੱਜ ਵਿੱਚ ਪਾ ਪਾ ਕੇ, ਪਰ ਪਾਤਸ਼ਾਹ ਕਹਿਣ ਲੱਗੇ ਥਕਾਵਟ ਹੀ ਪੱਲੇ ਪਈ ਹੈ। ਮੂਸਲ ਵਿੱਚੋਂ ਨਿਕਲਿਆ ਕੁਝ ਨਹੀਂ, ਫੱਕ ਵਿੱਚੋਂ ਨਿਕਲਿਆ ਕੁਝ ਨਹੀਂ, ਸਗੋਂ ਮਿਹਨਤ ਲੱਗੀ, ਜ਼ੋਰ ਲੱਗਾ, ਥੱਕ ਗਿਆ, ਪ੍ਰਾਪਤੀ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖੇਦ ਹੋਇਆ, ਖੇਦ ਤੋਂ ਭਾਵ ਦੁੱਖ, ਕਸ਼ਟ, ਕਾਦੇ ਵਾਂਗ ਬੇਗਾਰੀ ਨਿਆਈ। ਬਗਿਆਰੀ ਕਿਹਾ ਜਾਂਦਾ ਵੰਗਾਰ ਨੂੰ, ਵੰਗਾਰ ਤੇ ਕੱਢੀ ਹੈ ਦੂਜੇ ਬੰਦੇ ਦੇ ਨਾਲ ਚੱਲ ਕੇ ਵੀ ਚੱਲ ਭਰਾਵਾ ਤੇਰਾ ਕੰਮ ਕਰਾਵਾਂ। ਹੁਣ ਕੰਮ ਤੇ ਸਾਰਾ ਦਿਨ ਕੀਤਾ ਹੈ, ਪਰ ਉਹਦੇ ਵਿੱਚੋਂ ਫਸਲ ਕੋਈ ਨਹੀਂ ਮਿਲੇਗੀ, ਕੰਮ ਦੇ ਵਿੱਚੋਂ ਆਮਦਨ ਕੋਈ ਨਹੀਂ ਮਿਲਣੀ ਹੈ। ਖੇਦ ਭਇਓ ਬੇਗਾਰੀ ਨਿਆਈ, ਵੰਗਾਰੇ ਦੇ ਵਾਂਗ। ਬੇਗਾਰੀ ਉਹਨੂੰ ਕਿਹਾ ਜਾਂਦਾ ਜਿਹਦੇ ਕੋਲੋਂ ਕੰਮ ਕਰਾਇਆ ਜਾਵੇ ਪਰ ਪੈਸਾ ਨਾ ਦਿੱਤਾ ਜਾਵੇ। ਮਹਾਰਾਜ ਕਹਿਣ ਲੱਗੇ ਉਸ ਬੰਦੇ ਵਾਂਗ ਕੰਮ ਕੀਤਾ ਦੁਨੀਆ ਵਿੱਚ ਆ ਕੇ, ਕੰਮ ਤੇ ਕਰਦਾ ਪਿਆ ਪਰ ਪੈਸਾ ਕੋਈ ਨਹੀਂ ਲਿਆ, ਤੇ ਆਪਣੇ ਸਰੀਰ ਦੇ ਉੱਪਰ ਕਸ਼ਟ ਸਹਿੰਦਾ ਰਿਹਾ, ਦੁੱਖ ਸਹਿੰਦਾ ਰਿਹਾ। ਤੇ ਗੁਰਮੁਖੋ ਇਸੇ ਤਰ੍ਹਾਂ ਹੀ ਹੈ ਨਾ, ਮਾਂ ਪੁੱਤ ਨੂੰ ਪਾਲਦੀ ਹੈ, ਆਪ ਭੁੱਖੀ ਰਹਿੰਦੀ ਹੈ, ਪਿਆਸੀ ਰਹਿੰਦੀ ਹੈ, ਦੁੱਖ ਤੇ ਸੁੱਖ ਨੂੰ ਸਹਾਰਦੀ ਹੈ, ਆਪਣੇ ਸਰੀਰ ਨੂੰ ਖਰਾਬ ਕਰਦੀ ਹੈ, ਬੱਚਿਆਂ ਨੂੰ ਪਾਲਦੀ ਹੈ, ਤੇ ਫਰੀ ਦੀ ਵੰਗਾਰ ਹੀ ਹੈ ਨਾ, ਮਿਲਣਾ ਤੇ ਕੁਝ ਨਹੀਂ ਨਾ, ਕੋਈ ਅੱਗੋਂ ਵੱਖਰੀ ਤਨਖਾਹ ਨਹੀਂ ਮਿਲ ਜਾਣੀ, ਕੋਈ ਅੱਗੋਂ ਵੱਖਰਾ ਧਨ ਨਹੀਂ ਮਿਲ ਜਾਣਾ, ਫਰੀ ਦੀ ਸੇਵਾ। ਕਸ਼ਟ ਆਪਣੇ ਆਪ ਨੂੰ ਦਿੱਤਾ, ਮਿਲਣਾ ਕੁਝ ਨਹੀਂ ਹੈ।
इसे तरह बाप है दिने रात बाहर मजदूरी करता है, दिने रात काम करता है, ठगी ठोरी करता है, कई तरह के हेरा फेर करके काम कार करके माया इकट्ठी करके लिया के पुत्रा नूं दिंदा, लिया के दे ते दिता, को मिलना की है? मिलना कुछ नहीं है। जिवें कोई वंगार गया होया बंदा बिना पैसिਆਂ तो किसी की चाकरी करता है, मशक्कत करता है, मेहनत करता है, दुखी हुंदा है, पर वंगार विचों मिलना कुछ नहीं। महाराज कह लगे बंदिया तू भी इस संसार विच वंगार कढनी आया, मैं पुत्र नूं पाल लवां, मैं धीआं नूं पाल लवां, मैं रिश्तेदारियां नाल वरत लवां, मैं फलाने दा देना लैना लै लवां, जे मैं नहीं होवांगा ते कौन करेगा, कौन वरतेगा? ये फ्री दी वंगार विच लगा होया, जिवें खोता भार ढोंदा ना सारी उम्र, खोते नूं मिलना कुछ नहीं है। ये खोते दे वांग सारी उम्र भार चुकदा, जिम्मेवारियां चुकदा, मजबूरियां विच लगा होया, कम्मां विच फसिया होया है। ते पातशाह फरमाउंदे हन पर इहदे काम कुछ नहीं आया। माया इकट्ठी कर ली ना कमा के, ते माया पुण्य दान ते नहीं लाई है। कहन लगा पुण्य नहीं करांगा, दान नहीं करांगा, चंगे पासे नहीं लावांगा, वो माया ला दी पुत्रां धीआं दे उपर। ते गुरमुखो कली माया नहीं लाई है। कई बारी की करते हैं असीं निक्का मोटा दान कर भी देने, कोई कपड़ा दान करता, कोई जुत्ती दान करती, कोई रुपये दान करते। दान करके की आखीदा जिन्हों दान किया उन्होंने ये गल कही दी है भी तू अरदास कर भी मेरा पुत्र जिहड़ा वो ठीक हो जाए, जे वो बीमार है तो वो ठीक हो जाए। अपने वास्ते तो नहीं ना मंगया, मंगया फिर दूजे वास्ते ही है, पुत्र दे मोह ने उहदे वास्ते मंगवाया। जे किते कोई दान पुण्य किया है अगले नूं ये गल कही है भी मेरा पुत्र बीमार है वो ठीक हो जाए, मेरे पुत्र नूं नौकरी नहीं मिली नौकरी मिल जाए, मेरी धी नूं चंगा घर मिल जाए, मेरा पोतरा सुखी हो जाए, मेरा दोतरा सुखी हो जाए, मेरा फलाना माँ बाप सुखी हो जाए। सतगुरु पातशाह कह लगे ये है बगानी वंगार। पहली तो गल पुण्यदान करता ही नहीं, ते जे किते कर लिया उन्होंने अपने वास्ते नहीं वरत्या कि मेरा भला हो जाए, को मैनू रब दा नां चेते आ जाए, को मैं गुरु दे कोल जान लग पावां, मेरी अरदास करो भी मैं संगत विच आवां। अपने वास्ते फिर भी कुछ नहीं मंगया, जे मंगया भी है तो दूजियां वास्ते मंगया। काम कर्म किया, निष्काम नहीं किया। महाराज दा बचन ते ये सी सेवा करत होए निहकामी तिसको होत। जे निष्काम हो के कोई पुण्य दान किया, कोई सेवा की हुंदी ते हो सकदा तैनूं रब मिल जांदा, पर तू ते जिहड़ा भी काम किया साकाम किया, कामना मुख रख के मैं इन्ने दिन पाठ करांगा मेरा फलाना रिश्तेदार ठीक हो जाए। कामना रखी है पाठ का फल तो उधर चला गया, मैं इन्ने दिन झाड़ू फेरांगा, मैं इन्ने दिन भांडे मांजांगा, मैं इन्ने दिन गुरु घर चल के आवांगा, मैं इन्ने पाठ सुनांगा जां करवावांगा, पर उहदा फल की चाहिए? उहदा फल नाल दी नाल चाहिए मेरा फलाना रिश्तेदार वो बीमार है वो ठीक हो जाए, जां फलाने नूं नौकरी मिल जाए, जां फलाने दा बाहर दा वीजा लग जाए। जे करदा भी है कोई कर्म ते साकाम ही करदा है, उहदा फल नाल ही मंग लैंदा ते नाल ही फल दूजियां नूं दे भी दिंदा है। ते जदों तू फल दूजियां नूं दे ही दिता फिर मगरों थोड़ी कुछ मिलेगा, तू आखेगा भी हुण मर के मैनूं भी सारा कुछ दिओ। कर्म एक कीता है, फल दोवां थावां ते मंगदा भी परिवार नूं भी मिले ते मैनूं वखरा मिले जदों मरां मैं, बिल्कुल नहीं मिलेगा। पातशाह कहन लगे जिवें किसी बंदे ने मूसल ही कुटिया है, फक ही कुटी है, फक कुट के दाने नहीं मिलते, इसे तरह ये बंदा जिहड़ा है शाकाम कर्म जरूर करता है, किते पुण्य दान किते कोई चंगा कर्म कर जरूर लैंदा है, पर करन तो मगरों नाल ही ये कहंदा भी मेरे फलाने रिश्तेदार दा भला कर दिओ, ओहदी अरदास कर दिओ, ये ओहदे खाते विच सारा कुछ पा दे। जे दूजे दे खाते विच पाएगा तो फिर पातशाह कहन लगे ब्रह्म ज्ञान रूपी दाने कोई नहीं, तैनू नहीं कुछ मिलना, तू तो खाली है। कीता जरूर है पर कीता दूजे वास्ते ही है। जिवें गुरमुखों कड़छी हुंदी है ना, कड़छी कड़छी पतीले विच फिरदी है, अपने आप नूं साड़दी है। कड़छी ने सब्जी ते बनाई है, सब्जी बड़ी स्वाद बनी है, कड़छी ने घुम घुम के थल्ले नहीं लगन दित्ती,
पर गुरमुखो सब्जी कड़छी ने खानी कोई नहीं है, खानी बंदिया नहीं है, कड़छी ते सड़दी रहनी पतीले बिल्कुल कड़छी वाला हिसाब साडा। असीं कड़छी दे वांग बनाउंदे ते बड़ा कुछ आ। घर बना लिया, जायदाद बना ली है, पुण्य कर लै, दान कर लै, पर वो कड़छी फिर गां दूजियां नूं परोस दिंदी है भी इहदा फल दूजे नूं दे दिओ, ते कड़छी वांग आप रह गया खाली, तपदा रहा, सड़दा रहा, दुनिया दे ताने चुकदा, दुनिया दे मेहने सहिंदा, बॉस कोलों गालां खांदा है, अंदरों बाहरों नरादरी हुंदी है, पर परवाह कोई नहीं करदा। कहन लगा कोई नहीं, बच्चियां वास्ते करना पैंदा है, बच्चियां वास्ते करना पैंदा, ते अपने वास्ते कुछ नहीं कीता। ते फिर तेरे नाल ते ओ जाना जिहड़ा तूं कीता है, किसे दा कीता तेरे नाल किवें जावेगा, कोई तेरे वास्ते क्यों करेगा। महाराज कहन लगे खेद भयो बैगारी, बेगारी न्याई घर कै काम ना आया। दूजियां दियां वगारां कढ़दा रहा, धन इकट्ठा कर जरूर लिया, पर अपने वास्ते कुछ नहीं कीता। ना साध संगत, ना सेवा, ना सिमरन, ना भजन, ना कोई बंदगी, ना कोई पुण्य, ना कोई दान। जे किते कीता भी है भुल चुके, किते फसे होए ने मुसीबत दे विच, वो भी दूजियां वास्ते ही मंग लिया भी फलाने नूं इहदा फल दे दिओ। महाराज कहते ऐसी हालत बंदा इन्ना मोह विच पै गया, अपने वास्ते इस लोक विच भी कोई कुछ नहीं कीता, ते परलोक वास्ते भी कुछ नहीं कीता। दोवां लोकां वास्ते अपने लिए कुछ नहीं करदा, जे करदा ते दूजे वास्ते। ऐसा मोह दे विच पिया होया है। सतगुरु गुरु अर्जन देव पातशाह महाराज नूं पुछया, सतगुरु की करिए, डर लगदा इहो जिहा बचन सुन के भी वाकई ही मैं ते अपने वास्ते कुछ नहीं कीता। ते गुरु अर्जन देव पातशाह कहन लगे भयो अनुग्रह, अनुग्रह तो भाव हुंदा कृपा। जिस वेले गुरु कृपा करे, परमेश्वर कृपा करे, जदों परमात्मा दी कृपा हुंदी है, तिस हिरदै नाम वसाया, उहदे हिरदे विच नाम वसदा। नाम जप ही हो सकता है, नाम जपिया ही उहदे कोलों जांदा है, जिहदे ते परमात्मा कृपा करदा है। सतगुरां दे अगे बेनती कर, महाराज तुहाडी संगत दे चरना पिछे आके मैं भी तुहाडी संगत विच आ गया। अपने आप नहीं आया, किसी दे नाल रल के ते आ ही गया ना, किसी दे नाल मिल के ते आ गया, जे अपने आप नहीं आ सकिया। ते गुरमुखो भाई जेठा जी भी अपने आप ते नहीं ना आए, किसी दे नाल मिल के ही आए ना। संगत जाती पई है, कीर्तन करदी, बाणी पढ़दी, पुछया भाई किथे चले हो, कहंदे गुरु अमरदास पातशाह दी शरण में चले। नाल ही चल पै, असीं भी नाल ही चलांगे। महाराज साडे ते कृपा करो, असीं अपने आप नहीं संगत विच आ सके, किसी दे जरिए ही आ गए, किसी दे नाल मिल के, किसी दे उद्यम दे नाल महाराज आ गया तुहाडी शरण विच। साध संगत कै पाछै परियो, तुहाडी साध संगत दी कृपा दे नाल इन्हां दे पिछे पिछे चल के महाराज मैं भी तुहाडे दर ते आके पै गया, तुहाडे दर ते आके झुकिया हां। ते गुरु अर्जन देव पातशाह कहन लगे जेड़े संगत विच आके प्राप्त हो गए, उन्हां नूं हरी रस प्राप्त होया। नाम दा रस, नाम दा स्वाद लग गया। ते फिर बाबा फरीद साहब जी कह लगे सभे वस्तु मिठियां रब ना पूजन तुद। दुनिया दे स्वाद बड़े ने, पर रब दे नाम दे स्वाद वर्गा कोई स्वाद नहीं दुनिया दे विच। ऐसा स्वाद उन्हां नूं लग गया, फिर वो नाम नूं छड्ड ही नहीं सकते। जब लग तागा बाहो देही, तब लग विसरै राम स्नेही। उन्हां दे बचन ने, रब दा नाम मैनू भुले ना, मैं छड्ड ही नहीं सकता, ऐसा स्वाद है। ये महाराज ने अमृत वेले दी अमृत दात बख्शिश की है। दास कोलों विचार करदियां भुल चुक दी मुआफी, बचन गुरु के जान के हिरदे वस जान, भुलां दास दियां जान के मुआफ करनियां। देव सज्जन असीसड़ियां, जो होवै साहिब से मेल। जाको प्राप्तो तिस हिरदे नाम वसाया, साध संगत कै पाछे परयो, जन नानक हर रस पाया। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत बेनती है
ਕਿ ਮਹਾਨ ਸ਼ਹੀਦ ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸ਼ਵੇਗ ਸਿੰਘ, ਜਿਨ੍ਹਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ, ਐਸੇ ਮਹਾਨ ਗੁਰਸਿੱਖਾਂ ਦੀ ਜੀਵਨੀ ਦੇ ਉੱਪਰ ਅੱਜ ਰਾਤ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਇੱਕ ਧਾਰਮਿਕ ਫਿਲਮ ਦਿਖਾਈ ਜਾ ਰਹੀ ਹੈ। ਸਮਾਂ 8 ਵਜੇ ਦਾ ਹੈ। ਰਾਤ ਨੂੰ ਅੱਜ ਇਸੇ ਦਰਬਾਰ ਦੇ ਵਿੱਚ ਫਿਲਮ ਦਿਖਾਈ ਜਾਏਗੀ। ਧਾਰਮਿਕ ਫਿਲਮ ਹੈ, ਸ਼ਹੀਦਾਂ ਦੇ ਜੀਵਨ ਉੱਪਰ ਬਣੀ ਹੈ। ਬੇਨਤੀ ਹੈ ਕਿ ਆਪ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ, ਔਰ ਖਾਸ ਕਰਕੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ, ਤਾਂ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ, ਸ਼ਹੀਦਾਂ ਦੀ ਜੀਵਨੀ ਦਾ, ਕੁਰਬਾਨੀ ਦਾ ਪਤਾ ਲੱਗੇ। ਆਪ ਸੰਗਤਾਂ ਨੇ ਵੀ ਵੱਧ ਤੋਂ ਵੱਧ ਪਹੁੰਚਣਾ ਅਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਅੱਜ ਰਾਤ ਨੂੰ 8 ਵਜੇ ਇਹ ਫਿਲਮ ਜਿਹੜੀ ਹੈ ਭਾਈ ਸ਼ਵੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੇ ਜੀਵਨ ਦੇ ਉੱਪਰ ਦਿਖਾਈ ਜਾਏਗੀ। ਇਹ ਬੇਨਤੀ ਪ੍ਰਵਾਨ ਕਰਨੀ। ਹੁਣ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਕੀਤੇ ਹੋਏ ਨੇ, ਭੋਗ ਦੇ ਸ਼ਲੋਕ ਆਪਾਂ ਸਰਵਣ ਕਰਾਂਗੇ, ਉਪਰੰਤ ਕੀਰਤਨ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ